Hello, students. I'm going to explain the first part of the chapter Budgeting Your Time from class 9, and it is from your book, Main Course Book. The writer of this chapter is Dr. D.V. Jindal. So, as it is clear from the name of the chapter that we are going to talk about the importance of time. So, let us start. ਮਨੀ ਦੇ ਸੇ ਇਜ਼ ਦ ਮੋਸਟ ਇੰਪੋਰਟੈਂਟ ਥਿੰਗ ਇਨ ਲਾਈਫ। ਲੋਕ ਕਹਿੰਦੇ ਨੇ ਕਿ ਪੈਸਾ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ। ਮਨੀ ਮੇਕਸ ਦ ਮੇਅਰ ਗੋ ਇਜ਼ ਐਨ ਏਜ ਓਲਡ ਸੇਇੰਗ। ਐਸਾ ਕਿਹਾ ਜਾਂਦਾ ਹੈ ਕਿ ਇੱਕ ਕਹਾਵਤ ਹੈ ਕਿ ਦਾਮ ਦੇ ਨਾਲ ਹੀ ਕੰਮ ਬਣਦਾ ਹੈ, ਮਤਲਬ ਕਿ ਪੈਸੇ ਦੇ ਨਾਲ ਹੀ ਸਭ ਕੁਝ ਚੱਲਦਾ ਹੈ। ਦਾਮ ਬਣਾਏ ਕਾਮ, ਇਸ ਤਰ੍ਹਾਂ ਕਿਹਾ ਜਾਂਦਾ ਹੈ। The power of money people believe is great. ਲੋਕ ਤਾਂ ਇਹ ਸੋਚਦੇ ਹਨ ਕਿ ਪੈਸੇ ਦੀ ਇੰਪੋਰਟੈਂਸ ਬਹੁਤ ਜ਼ਿਆਦਾ ਹੁੰਦੀ ਹੈ। But greater still is the power of time. ਲੇਕਿਨ ਪੈਸੇ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ ਸਮਾਂ। Money once lost can be regained. ਇੱਕ ਵਾਰੀ ਪੈਸਾ ਚਲਾ ਜਾਏ ਤਾਂ ਉਹਨੂੰ ਆਪਾਂ ਦੁਬਾਰਾ ਹਾਸਿਲ ਕਰ ਸਕਦੇ ਹਾਂ। Time once lost is lost forever. ਲੇਕਿਨ ਸਮਾਂ ਜੇ ਚਲਾ ਜਾਂਦਾ ਹੈ ਤਾਂ ਉਹ ਹਮੇਸ਼ਾ ਵਾਸਤੇ ਹੀ ਚਲਾ ਜਾਂਦਾ ਹੈ। ਟਾਈਮ ਐਂਡ ਟਾਈਡ ਵੇਟ ਫॉर ਨਨ। ਸੋ ਨਾ ਤੇ ਸਮਾਂ ਸਾਡੀ ਵੇਟ ਕਰਦਾ ਹੈ ਤੇ ਨਾ ਹੀ ਟਾਈਡ, ਸਮੁੰਦਰ ਦੇ ਵਿੱਚ ਉੱਠੀ ਹੋਈ ਲਹਿਰ, ਇਹ ਵੀ ਕਿਸੇ ਦਾ ਇੰਤਜ਼ਾਰ ਨਹੀਂ ਕਰਦੀ, ਇਹ ਵੀ ਬੈਠ ਜਾਂਦੀ ਹੈ। ਇਫ ਯੂ ਡੂ ਨਾਟ ਮੇਕ ਦ ਬੈਸਟ ਯੂਜ਼ ਆਫ ਟਾਈਮ ਐਂਡ ਡੂ ਨਾਟ ਟੇਕ ਟਾਈਮ ਬਾਈ ਦ ਫੋਰਲੌਕ, ਯੂ ਆਰ ਡੈਸਟਿਨਡ ਟੂ ਬੀ ਡੂਮਡ। ਅਗਰ ਤੁਸੀਂ ਸਮੇਂ ਦਾ ਸਹੀ ਇਸਤੇਮਾਲ ਨਹੀਂ ਕਰਦੇ, ਉਹਨੂੰ ਸਮੇਂ ਸਿਰ ਨਹੀਂ ਪਕੜਦੇ, ਤਾਂ ਤੁਹਾਡੀ ਕਿਸਮਤ ਦੇ ਵਿੱਚ ਬਰਬਾਦੀ ਹੀ ਲਿਖੀ ਹੈ। ਤੁਸੀਂ ਜਾਣਦੇ ਹੀ ਹੋ ਕਿ ਸ਼ੇਕਸਪੀਅਰ ਨੂੰ ਇੰਗਲਿਸ਼ ਲਿਟਰੇਚਰ ਦਾ ਫਾਦਰ ਕਿਹਾ ਜਾਂਦਾ ਹੈ। ਡਾਇਨ ਮਤਲਬ ਪਿਤਾਮਾ ਜਾਂ ਫਾਦਰ ਕਿਹਾ ਜਾਂਦਾ ਹੈ। ਸੋ ਉਹਨਾਂ ਨੇ ਆਪਣੀ ਇੱਕ ਬੁੱਕ ਜੂਲੀਅਸ ਸੀਜ਼ਰ ਦੇ ਵਿੱਚ ਇੱਕ ਫੇਮਸ ਕੋਟ ਲਿਖਿਆ ਹੈ, ਜਿਹੜਾ ਕਿ ਇਸ ਚੈਪਟਰ ਦੇ ਵਿੱਚ ਤੁਹਾਨੂੰ ਦਿੱਤਾ ਗਿਆ ਹੈ ਸਮੇਂ ਦੀ ਇੰਪੋਰਟੈਂਸ ਨੂੰ ਦੱਸਣ ਵਾਸਤੇ। ਸੋ ਇਹ ਕੋਟ ਕੀ ਹੈ ਉਹਨਾਂ ਦੀ ਬੁੱਕ ਦੇ ਵਿੱਚ? ਦੇयर ਇਜ਼ ਅ ਟਾਈਡ ਇਨ ਦ ਅਫੇਅਰਸ ਆਫ ਮੈਨ। ਉਹ ਕਹਿੰਦੇ ਨੇ ਕਿ ਇਨਸਾਨਾਂ ਦੇ ਜੀਵਨ ਦੇ ਵਿੱਚ ਇੱਕ ਜਵਾਰ ਪਾਟਾ ਆਉਂਦਾ ਹੈ, ਵਿਚ ਟੇਕਨ ਐਟ ਦ ਫਲੱਡ ਲੀਡਸ ਔਨ ਟੂ ਫੋਰਚੂਨ। ਜਿਸ ਨੂੰ ਜੇਕਰ ਇਸ ਦੀ ਚਰਮ ਸੀਮਾ 'ਤੇ ਪਕੜ ਲਿਆ ਜਾਵੇ, ਫਲੱਡ ਦਾ ਮਤਲਬ ਹੈ ਜਦੋਂ ਉਹਦੀ ਚਰਮ ਸੀਮਾ ਹੁੰਦੀ ਹੈ ਉੱਥੇ ਉਹਨੂੰ ਪਕੜ ਲਿਆ ਜਾਵੇ। ਫੋਰਚੂਨ ਮਤਲਬ ਤੁਹਾਡੀ ਕਿਸਮਤ ਸਵਰ ਜਾਂਦੀ ਹੈ। ਓਮਿਟਡ ਮਤਲਬ ਅਗਰ ਜੇ ਇਸ ਨੂੰ ਜਾਣ ਦਿੱਤਾ ਜਾਵੇ, ਨਿਕਲਣ ਦਿੱਤਾ ਜਾਵੇ, all the voyage of their life is bound in shallows and in miseries, ਤਾਂ ਫਿਰ ਇਨਸਾਨ ਦਾ ਜਿਹੜਾ ਜੀਵਨ ਹੈ, ਉਹਦੀ ਜੀਵਨ ਰੂਪੀ ਯਾਤਰਾ ਹੈ, ਉਹ ਇੱਕ ਤਰ੍ਹਾਂ ਦੀ ਦਲਦਲ ਦੇ ਵਿੱਚ, ਦੁੱਖਾਂ ਦੇ ਵਿੱਚ ਫਸ ਜਾਂਦੀ ਹੈ। ਸੋ ਇਹ ਸ਼ੇਕਸਪੀਅਰ ਨੇ ਵੀ ਟਾਈਮ ਦੀ ਇੰਪੋਰਟੈਂਸ ਦੇ ਬਾਰੇ ਦੱਸਿਆ ਹੈ। During the tough course of the journey of life, rarely comes the time which can make or mar a person's whole future. ਜ਼ਿੰਦਗੀ ਦਾ ਜਿਹੜਾ ਔਖਾ ਸਫ਼ਰ ਹੈ, ਬਹੁਤ ਵਿਰਲਾ ਹੀ ਇਸ ਤਰ੍ਹਾਂ ਕੋਈ ਸਮਾਂ ਆਉਂਦਾ ਹੈ ਜਿਹੜਾ ਇੱਕ ਇਨਸਾਨ ਦੇ ਸਾਰੇ ਭਵਿੱਖ ਨੂੰ ਜਾਂ ਤੇ ਬਣਾ ਸਕਦਾ ਹੈ ਤੇ ਜਾਂ ਫਿਰ ਵਿਗਾੜ ਸਕਦਾ ਹੈ। ਮੇਕ ਹੁੰਦਾ ਬਣਾਉਣਾ, ਮਾਰ ਹੁੰਦਾ ਵਿਗਾੜਨਾ। ਮਤਲਬ ਉਹਦਾ ਜੇ ਫਿਊਚਰ ਬਣ ਜਾਂਦਾ ਹੈ ਤਾਂ ਇਨਸਾਨ ਖੁਸ਼ੀ ਦੇ ਨਾਲ ਭਰ ਜਾਂਦਾ ਹੈ, ਤੇ ਜੇ ਉਹਦਾ ਫਿਊਚਰ ਵਿਗੜ ਗਿਆ ਕਿਸੇ ਵਜ੍ਹਾ ਨਾਲ ਜਾਂ ਉਹਨੇ ਕੋਈ ਓਪੋਰਚੁਨਿਟੀ ਮਿਸ ਕਰ ਦਿੱਤੀ ਕਿਸੇ ਇਨਸਾਨ ਨੇ, ਤਾਂ ਉਹ ਕੀ ਹੋਏਗਾ? ਖਾਲੀ ਜੇਬਾਂ ਲੈ ਕੇ ਚੱਲੇਗਾ। ਮਤਲਬ ਕੋਈ ਪੈਸਾ ਨਹੀਂ ਹੋਏਗਾ, ਕਿਉਂਕਿ ਸਮੇਂ ਦਾ ਉਹਨੇ ਇਸਤੇਮਾਲ ਨਹੀਂ ਕੀਤਾ, ਉਹਨੂੰ ਮੌਕਾ ਮਿਲਿਆ ਸੀ, ਉਹਨੇ ਫ਼ਾਇਦਾ ਨਹੀਂ ਉਠਾਇਆ। ਸੋ ਇਸ ਤਰ੍ਹਾਂ ਦਾ ਅਗਰ ਕੋਈ ਮੌਕਾ ਆਉਂਦਾ ਹੈ, ਪ੍ਰੈਸ਼ੀਅਸ ਮੂਮੈਂਟ ਆਉਂਦਾ ਹੈ, ਸੱਚ ਅ ਪ੍ਰੈਸ਼ੀਅਸ ਮੂਮੈਂਟ ਮਸਟ ਨਾਟ ਬੀ ਅਲਾਉਡ ਟੂ ਗੋ ਅਨਨੋਟਿਸਡ। ਇਸ ਤਰ੍ਹਾਂ ਦੇ ਜਿਹੜਾ ਸਮਾਂ ਆਉਂਦਾ ਹੈ ਤਾਂ ਉਸ ਨੂੰ ਕਦੇ ਵੀ ਆਪਣੇ ਧਿਆਨ ਤੋਂ ਨਿਕਲਣ ਨਹੀਂ ਦੇਣਾ ਚਾਹੀਦਾ। ਵਨ ਮਸਟ ਐਕਟ ਇਨ ਟਾਈਮ ਬਿਫੋਰ ਇਟ ਇਜ਼ ਟੂ ਲੇਟ। ਇਸ ਤੋਂ ਪਹਿਲਾਂ ਕਿ ਦੇਰ ਹੋ ਜਾਏ, ਇਨਸਾਨ ਨੂੰ ਜ਼ਰੂਰ ਹੀ ਉਹਦਾ ਫਾਇਦਾ ਉਠਾ ਲੈਣਾ ਚਾਹੀਦਾ ਹੈ। ਸਮੇਂ ਸਿਰ ਉਹਨੂੰ ਪਕੜ ਲੈਣਾ ਚਾਹੀਦਾ ਹੈ, ਕੰਮ ਕਰ ਲੈਣਾ ਚਾਹੀਦਾ ਹੈ। ਦਿਸ ਕੈਨ ਬੀ ਪੋਸੀਬਲ ਓਨਲੀ ਇਫ ਯੂ ਆਰ ਅਲਾਈਵ ਐਂਡ ਅਲਰਟ ਟੂ ਦ ਇੰਪੋਰਟੈਂਸ ਆਫ ਐਵਰੀ ਸੈਕਿੰਡ। ਇਹ ਤਾਂ ਹੀ ਤਾਂ ਪੋਸੀਬਲ ਹੈ ਜੇ ਅਸੀਂ ਹਰ ਇੱਕ ਪਲ ਵਾਸਤੇ, ਹਰ ਇੱਕ ਪਲ ਦੇ ਪ੍ਰਤੀ ਚੁਕੰਨੇ ਰਹੀਏ ਔਰ ਸੁਚੇਤ ਰਹੀਏ।
अलाइव मतलब सुचेत रहिए, अलर्ट मतलब चौकन्ने रहिए। सिंगल सेकेंड इन आवर लाइव्स, सो हर एक सेकेंड के प्रति सानू सुचेत और चौकन्ने रहना चाहिए है। दोज हू वेस्ट टाइम, ਜਿਹੜੇ ਤਾਂ ਸਮੇਂ ਨੂੰ ਵੇਸਟ ਕਰਦੇ ਨੇ, ਬਰਬਾਦ ਕਰ ਦਿੰਦੇ ਨੇ, ਐਂਡ ਲੈਟ ਇਟ ਪਾਸ ਅਨਨੋਟਿਸਡ, ਅਤੇ ਬੇਧਿਆਨੇ ਹੀ ਉਸ ਨੂੰ ਚਲੇ ਜਾਣ ਦਿੰਦੇ ਨੇ। ਹੈਵ ਟੂ ਰਿਪੈਂਟ ਐਂਡ ਪਾਈਨ, ਤਾਂ ਉਹਨਾਂ ਨੂੰ ਹਮੇਸ਼ਾ ਹੀ ਰਿਪੈਂਟ ਐਂਡ ਪਾਈਨ ਮਤਲਬ ਪਛਤਾਉਣਾ ਪੈਂਦਾ ਹੈ। ਜਦੋਂ ਸਮਾਂ ਹੱਥੋਂ ਨਿਕਲ ਜਾਂਦਾ ਹੈ ਤਾਂ ਪਛਤਾਵੇ ਤੋਂ ਇਲਾਵਾ ਹੱਥ ਵਿੱਚ ਹੋਰ ਕੁਝ ਨਹੀਂ ਬਚਦਾ। ਓਨਲੀ ਵੈਨ ਦੇਅਰ ਇਜ਼ ਨੋ ਰੈਮੇਡੀ, ਅਤੇ ਉਸ ਤੋਂ ਬਾਅਦ ਕੋਈ ਇਲਾਜ ਬਾਕੀ ਰਹਿ ਹੀ ਨਹੀਂ ਜਾਂਦਾ ਜਦੋਂ ਸਮਾਂ ਹੱਥੋਂ ਨਿਕਲ ਜਾਂਦਾ ਹੈ। ਐਵਰੀ ਸੈਕਿੰਡ ਇਨ ਲਾਈਫ ਇਜ਼ ਇੰਪੋਰਟੈਂਟ, ਲਾਈਫ ਦੇ ਵਿੱਚ ਹਰ ਇੱਕ ਸੈਕਿੰਡ ਮਹੱਤਵਪੂਰਨ ਹੁੰਦਾ ਹੈ। ਸੈਕਿੰਡਸ ਐਡ ਅਪ ਟੂ ਮਿਨਟਸ, ਆਵਰਸ, ਡੇਜ਼ ਐਂਡ ਮੰਥਸ। ਸੈਕਿੰਡ ਜੁੜਦੇ ਨੇ ਤਾਂ ਮਿੰਟ ਬਣਦੇ ਨੇ, ਮਿੰਟ ਤੋਂ ਬਾਅਦ ਘੰਟੇ ਬਣਦੇ ਨੇ, ਦਿਨ ਬਣਦੇ ਨੇ, ਮਹੀਨੇ ਬਣਦੇ ਨੇ। ਮੈਨੀ ਅ ਟ੍ਰਿਕਲ ਮੇਕਸ ਅ ਮਿਕਲ, ਸੋ ਇਹ ਵੀ ਇੱਕ ਕਹਾਵਤ ਹੈ ਕਿ ਬੂੰਦ ਬੂੰਦ ਦੇ ਨਾਲ ਹੀ ਘੜਾ ਭਰਦਾ ਹੈ। ਵਾਈ ਨਾਟ ਦੈਨ ਸੇਵ ਐਵਰੀ ਸੈਕਿੰਡ ਟੂ ਮੇਕ ਦ ਬੈਸਟ ਯੂਜ਼ ਆਫ ਟਾਈਮ, ਜੇ ਸਾਨੂੰ ਇਸ ਚੀਜ਼ ਦਾ ਪਤਾ ਹੀ ਹੈ ਕਿ ਥੋੜ੍ਹੀ ਥੋੜ੍ਹੀ ਚੀਜ਼ ਤੋਂ ਹੀ ਜ਼ਿਆਦਾ ਚੀਜ਼ ਬਣਦੀ ਹੈ, ਸਾਡੇ ਕੋਲ ਇਕੱਠੀ ਹੁੰਦੀ ਹੈ, ਤਾਂ ਫਿਰ ਸਮੇਂ ਦਾ ਸਭ ਤੋਂ ਹੀ ਵਧੀਆ ਇਸਤੇਮਾਲ ਕਿਉਂ ਨਾ ਕਰ ਲਈਏ, ਹਰ ਪਲ ਨੂੰ ਅਸੀਂ ਕਿਉਂ ਨਾ ਬਚਾਈਏ। ਇਫ ਯੂ ਡੂ ਨਾਟ ਡੂ ਦੈਟ, ਅਗਰ ਤੁਸੀਂ ਇਸ ਤਰ੍ਹਾਂ ਨਹੀਂ ਕਰਦੇ ਹੋ ਤਾਂ ਫਿਰ ਕੀ ਹੋਏਗਾ? ਅ ਲੋਟ ਆਫ ਟਾਈਮ ਇਜ਼ ਸਕਵੈਂਡਰਡ ਡਾਊਨ ਦ ਡਰੇਨ ਫॉर ਨਥਿੰਗ, ਤਾਂ ਫਿਰ ਬਹੁਤ ਸਾਰਾ ਸਮਾਂ ਐਵੇਂ ਹੀ ਵਿਅਰਥ ਚਲਾ ਜਾਏਗਾ। ਸਕਵੈਂਡਰਡ ਡਾਊਨ ਮਤਲਬ ਵਿਅਰਥ ਚਲੇ ਜਾਣਾ। ਡਰੇਨ ਕੀ ਹੁੰਦੀ ਹੈ? ਵੈਸੇ ਨਾਲੀ ਹੁੰਦੀ, ਨਾਲੀ ਵਿੱਚ ਕੀ ਹੁੰਦਾ? ਵੇਸਟ ਚੀਜ਼ ਜਾਂਦੀ ਹੈ। ਸੋ ਇਸੇ ਤਰ੍ਹਾਂ ਸਮਾਂ ਵੀ ਵੇਸਟ ਚਲਾ ਜਾਏਗਾ। ਲਾਈਫ ਇਜ਼ ਸ਼ਾਰਟ ਐਂਡ ਅਨਸਰਟਨ, ਜ਼ਿੰਦਗੀ ਬਹੁਤ ਹੀ ਛੋਟੀ ਔਰ ਅਨਿਸ਼ਚਿਤ ਹੈ। ਕੋਈ ਭਰੋਸਾ ਨਹੀਂ ਕਿ ਕਿਸ ਦੀ ਲਾਈਫ ਕਿੰਨੀ ਹੈ, ਛੋਟੀ ਹੈ, ਵੱਡੀ ਹੈ, ਕਿਸ ਵੇਲੇ ਉਹਦਾ ਅੰਤ ਹੋ ਜਾਣਾ ਹੈ। ਤਾਂ ਸਮੇਂ ਰਹਿੰਦੇ ਹੀ, ਜ਼ਿੰਦਗੀ ਰਹਿੰਦੇ ਹੀ ਸਾਨੂੰ ਉਹਦਾ ਸਹੀ ਇਸਤੇਮਾਲ ਕਰ ਲੈਣਾ ਚਾਹੀਦਾ ਹੈ। ਆਰਟ ਇਜ਼ ਲੌਂਗ ਐਂਡ ਟਾਈਮ ਇਜ਼ ਫਲੀਟਿੰਗ, ਸੈਡ ਅ ਪੋਇਟ, ਇੱਕ ਕਵੀ ਨੇ ਆਖਿਆ ਹੈ ਕਿ ਕੰਮ ਤਾਂ ਬਹੁਤ ਹੈ ਲੇਕਿਨ ਸਮਾਂ ਤੇਜ਼ੀ ਦੇ ਨਾਲ ਦੌੜਦਾ ਚਲਾ ਜਾ ਰਿਹਾ ਹੈ। We have a lot to do, a long road to traverse, but time at our disposal is very short. ਬਹੁਤ ਸਾਰਾ ਕੰਮ ਕਰਨਾ ਹੈ, ਇੱਕ ਲੰਬੀ ਸੜਕ ਹੈ ਜ਼ਿੰਦਗੀ ਦੀ ਚੱਲਣ ਵਾਸਤੇ, ਲੇਕਿਨ ਸਾਡੇ ਕੋਲ, ਸਾਡੇ ਹੱਥ ਦੇ ਵਿੱਚ ਸਮਾਂ ਬਹੁਤ ਘੱਟ ਹੈ। Who knows when God Almighty may send a call? ਕੌਣ ਜਾਣਦਾ ਹੈ ਕਿਸ ਵੇਲੇ ਪਰਮਾਤਮਾ ਸਾਨੂੰ ਆਪਣੇ ਕੋਲ ਬੁਲਾ ਲਵੇ, ਸਾਨੂੰ ਸੱਦਾ ਆ ਜਾਵੇ, ਸਾਡਾ ਸਮਾਂ ਖਤਮ ਹੋ ਜਾਵੇ। In fact, every beat of our heart is taking us a step nearer to the grave. ਸੱਚਾਈ ਤਾਂ ਇਹ ਹੈ ਕਿ ਦਿਲ ਦੀ ਹਰ ਇੱਕ ਧੜਕਨ ਸਾਨੂੰ ਹਰ ਕਦਮ ਸਾਡੀ ਕਬਰ ਦੇ ਨੇੜੇ ਲੈ ਕੇ ਜਾ ਰਹੀ ਹੈ। That means ਦਿਲ ਧੜਕਦਾ ਮਤਲਬ ਸਮਾਂ ਬੀਤ ਰਿਹਾ ਹੈ, ਹੌਲੀ ਹੌਲੀ ਅਸੀਂ ਸਾਹ ਲੈਂਦੇ ਹਾਂ, ਸਾਡੀ ਉਮਰ ਬੀਤਦੀ ਜਾਂਦੀ ਹੈ। ਤਾਂ ਅਲਟੀਮੇਟ ਸਾਡਾ ਫੇਟ ਕੀ ਹੈ? ਮੌਤ ਹੈ। ਤਾਂ ਅਲਟੀਮੇਟਲੀ ਆਪਾਂ ਆਪਣੀ ਕਬਰ ਵੱਲ, ਆਪਣੀ ਮੌਤ ਵੱਲ ਹੀ ਤਾਂ ਵੱਧਦੇ ਜਾ ਰਹੇ ਹਾਂ। Therefore, it is imperative that one should make the best use of time available. Imperative ਮਤਲਬ ਬਹੁਤ ਜ਼ਰੂਰੀ, ਇਸ ਕਰਕੇ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਜਿੰਨਾ ਕੁ ਸਮਾਂ ਸਾਡੇ ਕੋਲ ਅਵੇਲੇਬਲ ਹੈ, ਸਾਨੂੰ ਉਹਦਾ ਵਧੀਆ ਤੋਂ ਵਧੀਆ ਇਸਤੇਮਾਲ ਕਰ ਲੈਣਾ ਚਾਹੀਦਾ ਹੈ। So students, this was the explanation of the first part of chapter. I hope ਤੁਹਾਨੂੰ ਇਹ ਬਹੁਤ ਅੱਛੀ ਤਰ੍ਹਾਂ ਸਮਝ ਲੱਗ ਗਿਆ ਹੋਵੇਗਾ। And then after this part I will definitely send you the second part also. ਉਹਨੂੰ ਵੀ ਤੁਸੀਂ ਬੜੇ ਧਿਆਨ ਦੇ ਨਾਲ ਦੇਖਣਾ ਹੈ ਔਰ ਇਹਨੂੰ ਅੰਡਰਸਟੈਂਡ ਕਰਨਾ ਹੈ। ਇਹਦੇ ਨਾਲ, ਇਸ ਅੱਛੀ ਅੰਡਰਸਟੈਂਡਿੰਗ ਨਾਲ ਹੀ ਤੁਹਾਨੂੰ ਅੱਗੋਂ ਜੇ ਕੋਈ ਇਹਦੇ 'ਚੋਂ ਪੈਸੇਜ ਵੀ ਆਉਂਦਾ ਹੈ, ਅਨਸੀਨ ਪੈਸੇਜ, ਤੁਸੀਂ ਉਹਨੂੰ ਅਟੈਂਪਟ ਕਰ ਪਾਉਂਦੇ ਹੋ, ਜਾਂ ਕੋਈ ਵੀ ਕਿਸੇ ਟਾਈਪ ਦਾ ਕੁਐਸਚਨ ਵੀ ਇਹਦੇ 'ਚੋਂ ਪੁੱਛਿਆ ਜਾਂਦਾ ਹੈ ਤਾਂ ਤੁਸੀਂ ਉਹਨੂੰ ਅਟੈਂਪਟ ਕਰ ਪਾਓਗੇ। ਥੈਂਕ ਯੂ ਸੋ ਮਚ, ਹੈਵ ਅ ਗੁੱਡ ਡੇ।